ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇਸ ਚੰਗੇ ਸਮੇਂ ਦੇ ਲਈ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਇਕੱਠੇ ਹੋਈਏ ਔਰ ਉਹਦੇ ਨਾਮ ਦੀ ਮਹਿਮਾ ਕਰੀਏ। ਹਾਲੇਲੂਇਆ। ਥੈਂਕ ਯੂ। ਲਿਖਣ ਵਾਲੇ ਨੇ ਬਹੁਤ ਪਿਆਰਾ ਭਜਨ ਲਿਖਿਆ, ਐ ਰੂਹੇ ਪਾਕ ਉੱਤਰ ਆ। ਕਹਿੰਦੇ ਲੜਨਾ ਸ਼ੈਤਾਨ ਨਾਲ ਮੈਨੂੰ ਸਿਖਾ ਦੇ। ਬਹੁਤ ਜ਼ਰੂਰੀ ਹੈ ਕਿ ਅਸੀਂ ਸ਼ੈਤਾਨ ਨਾਲ ਲੜਨਾ ਸਿੱਖੀਏ। ਹਾਲੇਲੂਇਆ। ਕਿਉਂਕਿ ਬਾਈਬਲ ਕਹਿੰਦਾ ਹੈ ਕਿ ਸਾਡਾ ਜੋ ਯੁੱਧ ਹੈ ਉਹ ਮਾਸ ਤੇ ਲਹੂ ਦੇ ਨਾਲ ਨਹੀਂ ਹੈ, ਉਹ ਉਹਨਾਂ ਸ਼ਕਤੀਆਂ ਦੇ ਨਾਲ ਹੈ ਜੋ ਰਾਜ ਕਰਦੀਆਂ। ਹਾਲੇਲੂਇਆ। ਹੁਣ ਇਸ ਚੀਜ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੁਝ ਤਾਂ ਸ਼ਕਤੀਆਂ ਹਨ ਜੋ ਰਾਜ ਕਰਦੀਆਂ ਹਨ। ਹਾਲੇਲੂਇਆ। ਔਰ ਇਹ ਉਹਦੇ ਤੋਂ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਉਹ ਕਿਸ ਤਰੀਕੇ ਨਾਲ ਕੰਮ ਕਰਦੀਆਂ। ਹਾਲੇਲੂਇਆ। ਉਹ ਰਾਜ ਕਰਦੀਆਂ ਹਨ, ਉਹ ਕੀ ਕੰਮ ਕਰਦੀਆਂ ਹਨ, ਉਹ ਕਿਸ ਚੀਜ਼ ਦੇ ਲਈ ਇਸ ਧਰਤੀ ਦੇ ਉੱਤੇ ਦਿਨ ਰਾਤ ਲੱਗੀਆਂ ਰਹਿੰਦੀਆਂ ਹਨ, ਇਹ ਜਾਣਨਾ ਜ਼ਰੂਰੀ ਹੈ। ਹਾਲੇਲੂਇਆ। ਕਿਉਂਕਿ ਸਾਡੀ ਲੜਾਈ ਕੀ ਹਨ, ਉਹਨਾਂ ਦੇ ਨਾਲ ਲੱਗੀ ਹੋਈ ਹੈ। ਜਦ ਅਸੀਂ ਮਸੀਹ ਦੇ ਵਿੱਚ ਆ ਜਾਂਦੇ ਹਾਂ ਤਾਂ ਅਸੀਂ ਇੱਕ ਯੁੱਧ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਹਾਲੇਲੂਇਆ। ਉਸ ਯੁੱਧ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਜਦ ਇੱਕ ਵਿਅਕਤੀ ਬਪਤਿਸਮਾ ਲੈਂਦਾ ਹੈ, ਜਦ ਉਹ ਵਿਅਕਤੀ ਪਵਿੱਤਰ ਆਤਮਾ ਦਾ ਦਾਨ ਪਾ ਲੈਂਦਾ ਹੈ, ਉਹਦੇ ਤੋਂ ਬਾਅਦ ਤਾਂ ਅਸੀਂ ਇੱਕ ਯੁੱਧ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਔਰ ਜਦ ਅਸੀਂ ਪਵਿੱਤਰ ਆਤਮਾ ਪਾ ਕੇ ਪ੍ਰਭੂ ਯਿਸੂ ਮਸੀਹਾ ਨੂੰ ਕਬੂਲ ਕਰਦੇ ਹਾਂ ਔਰ ਇੱਕ ਵਾਅਦਾ ਕਰਦੇ ਹਾਂ ਕਿ ਅਸੀਂ ਯਿਸੂ ਦੇ ਨਾਮ ਦੀ ਮਨਾਦੀ ਕਰਾਂਗੇ, ਤਾਂ ਜੋ ਦੁਸ਼ਟਤਾ ਦੇ ਰਾਜੇ ਹਨ ਉਹ ਜਾਗ ਉੱਠਦੇ ਹਨ। ਹਾਲੇਲੂਇਆ। ਸਾਨੂੰ ਰੋਕਣ ਦੇ ਲਈ। ਹਾਲੇਲੂਇਆ। ਉਹ ਸਾਡੀ ਖਿਲਾਫਤ ਕਰਨ ਦੇ ਲਈ ਉੱਠ ਖੜੇ ਹੁੰਦੇ ਹਨ। ਹੁਣ ਜ਼ਰੂਰੀ ਹੈ ਕਿ ਜਦ ਅਸੀਂ ਜਾਣ ਲਿਆ ਹੈ ਕਿ ਸਾਡੀ ਜੋ ਲੜਾਈ ਹੈ, ਜੋ ਸਾਡਾ ਵੈਰੀ ਹੈ, ਉਹ ਕੋਈ ਇਨਸਾਨ ਨਹੀਂ ਬਲਕਿ ਉਹ ਦੁਸ਼ਟ ਆਤਮਾ ਹੈ ਜੋ ਉਸ ਦੇ ਦੁਆਰਾ ਕਾਰਿਆ ਕਰ ਰਿਹਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਜਦ ਉਹਦੇ ਨਾਲ ਲੜਨਾ ਹੈ ਤਾਂ ਆਤਮਾ ਦੇ ਨਾਲ ਆਤਮਾ 'ਚ ਹੀ ਲੜਨਾ ਹੈ। ਹਾਲੇਲੂਇਆ। ਜੇ ਕਿਸੇ ਇਨਸਾਨ ਦੇ ਅੰਦਰ ਦੁਸ਼ਟ ਆਤਮਾ ਹੈ ਤਾਂ ਤੁਸੀਂ ਉਹਦੇ ਬਾਲ ਪੱਟੋਗੇ ਤਾਂ ਦਰਦ ਦੁਸ਼ਟ ਆਤਮਾ ਨੂੰ ਨਹੀਂ ਹੋਵੇਗਾ, ਉਹ ਇਨਸਾਨ ਨੂੰ ਹੋਵੇਗਾ। ਤੁਸੀਂ ਉਹਦੇ ਥੱਪੜ ਮਾਰੋਗੇ ਤਾਂ ਉਹ ਸੱਟ ਆਤਮਾ ਨੂੰ ਨਹੀਂ ਲੱਗੇਗੀ, ਉਹ ਕਿਹਨੂੰ ਲੱਗੇਗੀ? ਇਨਸਾਨ ਨੂੰ ਲੱਗੇਗੀ। ਹੁਣ ਦੁਸ਼ਟ ਆਤਮਾ ਜੋ ਹੈ, ਜੇ ਤੁਸੀਂ ਉਹਨੂੰ ਹਰਾਣਾ ਹੈ, ਹਾਲੇਲੂਇਆ, ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਵਿੱਤਰ ਆਤਮਾ ਦੇ ਚਲਾਏ ਹੋਏ ਚੱਲੋ। ਹਾਲੇਲੂਇਆ। ਕਿਉਂਕਿ ਬਾਈਬਲ ਕਹਿੰਦਾ ਹੈ ਪ੍ਰਭੂ ਯਿਸੂ ਮਸੀਹਾ ਨੇ ਸ਼ੈਤਾਨ ਨੂੰ ਇਸੇ ਤਰੀਕੇ ਦੇ ਨਾਲ ਹਰਾਇਆ। ਸ਼ੈਤਾਨ ਦੇ ਜੋ ਕਾਰਜ ਇਸ ਧਰਤੀ ਤੇ ਸੀ, ਪ੍ਰਭੂ ਯਿਸੂ ਮਸੀਹਾ ਜੀ ਉਹਦੇ ਵਿੱਚੋਂ ਕਿਸੇ ਵੀ ਕਾਰਜ ਦੇ ਵਿੱਚ ਉਹਦਾ ਸਾਥ ਨਹੀਂ ਦਿੱਤਾ। ਔਰ ਜਦ ਉਹਦਾ ਸਾਥ ਨਹੀਂ ਦਿੱਤਾ, ਉਹਦੇ ਖਿਲਾਫ ਹੋ ਕੇ ਚੱਲਦੇ ਰਹੇ ਔਰ ਪਵਿੱਤਰ ਆਤਮਾ ਦੇ ਚਲਾਏ ਚੱਲਦੇ ਰਹੇ, ਤਾਂ ਬਾਈਬਲ ਕਹਿੰਦਾ ਹੈ ਕਿ ਮੇਰੇ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹਾ ਨੂੰ ਐਡਾ ਉੱਚਾ ਅਹੁਦਾ ਦਿੱਤਾ ਕਿ ਉਹਦੇ ਨਾਮ ਦੇ ਵਿੱਚ ਸਭ ਕੁਝ ਸਾਡੇ ਕਬਜ਼ੇ ਦੇ ਵਿੱਚ ਹੋ ਗਿਆ। ਹੁਣ ਜੋ ਸ਼ੈਤਾਨ ਹੈ, ਇਹ ਜਦ ਸਾਡੇ ਖਿਲਾਫ ਕਾਰਿਆ ਕਰਦਾ ਹੈ ਤਾਂ ਆ ਬਹੁਤ ਤਰੀਕਿਆਂ ਦੇ ਨਾਲ ਸਾਡੇ ਨਾਲ ਲੜਦਾ ਹੈ। ਹਾਲੇਲੂਇਆ। ਇਹਦਾ ਸਭ ਤੋਂ ਜ਼ਰੂਰੀ ਮਕਸਦ ਜੋ ਸ਼ੈਤਾਨ ਦਾ ਉਹ ਇੱਕ ਹੈ ਕਿ ਰੂਹਾਂ ਨੂੰ ਨਰਕ ਦੇ ਲਈ ਤਿਆਰ ਕਰਨਾ। ਪਵਿੱਤਰ ਆਤਮਾ ਦਾ ਮਕਸਦ ਇੱਕ ਹੈ ਕਿ ਰੂਹਾਂ ਨੂੰ ਸਵਰਗ ਦੇ ਲਈ ਤਿਆਰ ਕਰਨਾ, ਕਿਉਂਕਿ ਬਾਈਬਲ ਕਹਿੰਦਾ ਹੈ ਪਵਿੱਤਰ ਆਤਮਾ ਜੋ ਹੈ ਉਹ ਦੁਲਹਨ ਨੂੰ ਤਿਆਰ ਕਰ ਰਹੀ ਹੈ। ਹਾਲੇਲੂਇਆ। ਪਰ ਜੋ ਸ਼ੈਤਾਨ ਹੈ ਉਹ ਉਸ ਦੁਲਹਨ ਨੂੰ ਬਹਿਕਾ ਕੇ ਨਰਕ ਦੇ ਲਈ ਤਿਆਰ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਸੋ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਕਿਹੜੇ ਕੰਮ ਹਨ ਜੋ ਸਾਨੂੰ ਨਰਕ ਦੇ ਵੱਲ ਲਿਜਾ ਸਕਦੇ ਹਨ। ਉਹਨਾਂ ਕੰਮਾਂ ਤੋਂ ਅਸੀਂ ਬਚਾਂਗੇ ਤਾਂ ਅਸੀਂ ਸ਼ੈਤਾਨ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ। ਹਾਲੇਲੂਇਆ। ਦੂਸਰੀ ਗੱਲ, ਸ਼ੈਤਾਨ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਲੜਦਾ ਹੈ, ਉਹ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਪੈਦਾ ਕਰਦਾ ਹੈ ਜਿਹਦੇ ਨਾਲ ਅਸੀਂ ਡਿੱਗ ਪੈਂਦੇ ਹਾਂ। ਹਾਲੇਲੂਇਆ। ਜਦ ਦੋ ਪਹਿਲਵਾਨ ਲੜਦੇ ਹੁੰਦੇ ਹਨ ਤਾਂ ਉਹ ਲੜਦੇ ਇੱਕ ਦੂਜੇ ਦੀ ਕਮਜ਼ੋਰੀ ਜੋ ਹੁੰਦੀ ਹੈ ਪਹਿਲਾਂ ਉਹਨੂੰ ਫੜਦੇ ਹਨ। ਹਾਲੇਲੂਇਆ। ਉਹਦੀ ਕਮਜ਼ੋਰੀ ਨੂੰ ਫੜ ਕੇ ਉਹ ਉਸ ਕਮਜ਼ੋਰ ਕੜੀ ਦੇ ਉੱਤੇ ਅਟੈਕ ਕਰਦੇ ਹਨ, ਜਿਹਦੇ ਨਾਲ ਜਿਹੜਾ ਪਹਿਲਵਾਨ ਹੈ ਉਹ ਹਾਰ ਜਾਂਦਾ ਹੈ। ਹਾਲੇਲੂਇਆ। ਹਰ ਇੱਕ ਦੇ ਵਿੱਚ ਕੁਝ ਸਟਰੋਂਗ ਪੁਆਇੰਟਸ ਹੁੰਦੇ ਹਨ ਔਰ ਕੁਝ ਵੀਕ ਪੁਆਇੰਟ ਹੁੰਦੇ ਹਨ।
ਔਰ ਸ਼ੈਤਾਨ ਜੋ ਹੈ ਉਹ ਉਹਨਾਂ ਵੀਕ ਪੁਆਇੰਟਸ ਦੇ ਉੱਤੇ ਕੀ ਕਰਦਾ ਹੈ, ਅਟੈਕ ਕਰਦਾ ਹੈ ਔਰ ਤੁਹਾਨੂੰ ਉਕਸਾਉਂਦਾ ਹੈ। ਹਾਲੇਲੂਇਆ। ਉਦਾਹਰਨ ਦੇ ਤੌਰ ਤੇ ਹੋ ਸਕਦਾ ਹੈ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਸ਼ੈਤਾਨ ਕੀ ਕਰੇਗਾ, ਕਿਸੇ ਨਾ ਕਿਸੇ ਦੇ ਦੁਆਰਾ ਉਸ ਵਿਅਕਤੀ ਨੂੰ ਦੁੱਖ ਪਹੁੰਚਾਵੇਗਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਔਰ ਜਦ ਉਸ ਵਿਅਕਤੀ ਨੂੰ ਦੁੱਖ ਪਹੁੰਚੇਗਾ ਤਾਂ ਤੁਸੀਂ ਆਪਣਾ ਆਪਾ ਖੋ ਬੈਠੋਗੇ। ਹਾਲੇਲੂਇਆ। ਜਦ ਤੁਸੀਂ ਆਪਣਾ ਆਪਾ ਖੋ ਬੈਠੋਗੇ, ਆਪਣੇ ਉੱਤੇ ਕੰਟਰੋਲ ਤੁਸੀਂ ਗਵਾ ਲਓਗੇ, ਤਾਂ ਤੁਸੀਂ ਕੁਝ ਨਾ ਕੁਝ ਇਸ ਤਰ੍ਹਾਂ ਦੀ ਹਰਕਤ ਕਰ ਦੇਵੋਗੇ ਜੋ ਬਾਈਬਲ ਦੇ ਅਨੁਸਾਰ ਠੀਕ ਨਹੀਂ ਹੈ। ਹੋ ਸਕਦਾ ਹੈ ਇੱਕ ਇਨਸਾਨ ਗੰਦੀ ਗਾਲ ਕੱਢ ਦੇਵੇ। ਹਾਲੇਲੂਇਆ। ਹੋ ਸਕਦਾ ਹੈ ਇਨਸਾਨ ਕਿਸੇ ਨੂੰ ਮਾਰ ਦੇਵੇ। ਬਾਈਬਲ ਕਹਿੰਦਾ ਹੈ ਕਿ ਤੁਹਾਡੇ ਮੂੰਹ ਚੋਂ ਸ਼ਰਾਪ ਨਾ ਨਿਕਲੇ। ਹਾਲੇਲੂਇਆ। ਹੋ ਸਕਦਾ ਹੈ ਗੁੱਸੇ ਵਿੱਚ ਤੁਸੀਂ ਸ਼ਰਾਪ ਦੇ ਦਈਏ, ਜਾ ਤੇਰਾ ਕੱਖ ਨਾ ਰਵੇ, ਜਾ ਤੂੰ ਬਰਬਾਦ ਹੋ ਜਾਵੇ, ਤੂੰ ਮੇਰੇ ਨਾਲ ਏਦਾਂ ਕੀਤਾ, ਤੂੰ ਮੇਰੇ ਘਰਾਣੇ ਨਾਲ ਏਦਾਂ ਕੀਤਾ, ਜਾ ਤੂੰ ਬਰਬਾਦ ਹੋ ਜਾਵੇ, ਤੇਰੀ ਪੀੜ੍ਹੀਆਂ ਬਰਬਾਦ। ਹਾਲੇਲੂਇਆ। ਫਿਰ ਅਸੀਂ ਕਹਾਂਗੇ ਕਿ ਫੇਰ ਕੀ ਹੋਇਆ ਜੇ ਸ਼ਰਾਪ ਦੇ ਦਿੱਤਾ। ਹਾਲੇਲੂਇਆ। ਪਰ ਬਾਈਬਲ ਕਹਿੰਦਾ ਹੈ ਕਿ ਇੱਕ ਸੋਤੇ ਦੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਏਦਾਂ ਹੋ ਹੀ ਨਹੀਂ ਸਕਦਾ ਕਿ ਇੱਕ ਸੋਤੇ ਦੇ ਵਿੱਚੋਂ ਮਿੱਠਾ ਪਾਣੀ ਵੀ ਨਿਕਲੇ ਔਰ ਕੌੜਾ ਪਾਣੀ ਵੀ ਨਿਕਲੇ। ਹਾਲੇਲੂਇਆ। ਇੱਕ ਪੇੜ ਨੂੰ ਦੋ ਤਰ੍ਹਾਂ ਦੇ ਫਲ ਨਹੀਂ ਲੱਗ ਸਕਦੇ। ਹੋ ਨਹੀਂ ਸਕਦਾ ਕਿ ਇੱਕ ਪੇੜ ਵਿੱਚ ਬੁਰੇ ਫਲ ਵੀ ਲੱਗਣ ਔਰ ਚੰਗੇ ਫਲ ਵੀ ਲੱਗਣ। ਹਾਲੇਲੂਇਆ। ਸੋ ਉਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਪਰਖਣਾ ਹੈ ਕਿ ਕਿਤੇ ਅਸੀਂ ਆਪਣਾ ਆਪਾ ਤਾਂ ਨਹੀਂ ਖੋ ਬੈਠਦੇ, ਸ਼ੈਤਾਨ ਦੀ ਗੱਲਾਂ ਦੇ ਵਿੱਚ ਆ ਤਾਂ ਨਹੀਂ ਜਾਂਦੇ, ਉਹਦੀ ਚਾਲ ਦੇ ਵਿੱਚ ਫਸ ਤਾਂ ਨਹੀਂ ਜਾਂਦੇ। ਹੋ ਸਕਦਾ ਹੈ ਕੋਈ ਵਿਅਕਤੀ ਜੋ ਹੈ ਉਹ ਆਪਣੇ ਜੋ ਵਿਚਾਰ ਹਨ ਉਹਨਾਂ ਤੇ ਕਾਬੂ ਨਹੀਂ ਰੱਖ ਸਕਦਾ ਹੋਵੇ। ਜਦ ਕੋਈ ਲੜਕੀ ਆਉਂਦੀ ਹੈ ਉਹਦੇ ਸਾਹਮਣੇ ਆਪਣੇ ਵਿਚਾਰਾਂ ਤੋਂ ਕਾਬੂ ਖੋ ਜਾਂਦਾ ਹੋਵੇ। ਹੁਣ ਸ਼ੈਤਾਨ ਕੀ ਕਰੇਗਾ, ਸ਼ੈਤਾਨ ਉੱਥੇ ਲੜਾਈ ਦਾ ਨਹੀਂ ਪੈਦਾ ਕਰੇਗਾ, ਸ਼ੈਤਾਨ ਉਹਦੇ ਲਈ ਉਸੇ ਤਰੀਕੇ ਦੀ ਚੀਜ਼ ਲੈ ਕੇ ਆਵੇ। ਹਾਲੇਲੂਇਆ। ਕਿਉਂਕਿ ਉਹਦੀ ਵੀਕਨੈਸ ਉਹ ਹੈ। ਔਰ ਬਾਈਬਲ ਕਹਿੰਦਾ ਹੈ ਤੁਸੀਂ ਆਪਣੀ ਕਮਜ਼ੋਰੀਆਂ ਨੂੰ ਹਰਾਉਣਾ ਹੈ, ਤੁਸੀਂ ਉਹਨਾਂ ਨੂੰ ਹਰਾ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਤੁਸੀਂ ਆਤਮਾ ਵਿੱਚ ਤਾਕਤਵਰ ਬਣਨਾ। ਸਰੀਰ ਵਿੱਚ ਤਾਕਤਵਰ ਹੋਈਏ ਨਾ ਹੋਈਏ, ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹਾ ਕਹਿੰਦੇ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਹਾਲੇਲੂਇਆ। ਔਰ ਤੁਸੀਂ ਜਾਣੀਏ ਪ੍ਰਭੂ ਯਿਸੂ ਮਸੀਹਾ ਦਾ ਆਤਮਾ ਪੂਰੀ ਤਰ੍ਹਾਂ ਤਿਆਰ ਸੀ। ਸਰੀਰ ਨੂੰ ਬਹੁਤ ਦੇਰ ਤੋਂ ਰੋਟੀ ਨਹੀਂ ਮਿਲੀ ਸੀ, ਕੁੱਟ ਖਾ ਖਾ ਕੇ ਸਰੀਰ ਦੇ ਵਿੱਚੋਂ ਖੂਨ ਨਿਕਲ ਚੁੱਕਿਆ ਸੀ, ਇੰਨੀ ਕਮਜ਼ੋਰੀ ਆ ਗਈ ਸੀ ਕਿ ਤੁਰਿਆ ਵੀ ਨਹੀਂ ਜਾ ਰਿਹਾ ਸੀ। ਹਾਲੇਲੂਇਆ। ਔਰ ਹਜੇ ਸਲੀਬ ਦੇ ਉੱਤੇ ਮੌਤ ਪਈ ਸੀ, ਹਜੇ ਕੋੜੇ ਖਾਣੇ ਸੀ। ਹਾਲੇਲੂਇਆ। ਔਰ ਪ੍ਰਭੂ ਯਿਸੂ ਕਹਿੰਦੇ ਆਤਮਾ ਤਿਆਰ ਹੈ, ਸਰੀਰ ਕਮਜ਼ੋਰ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ ਉਹਨਾਂ ਦਾ ਸਰੀਰ ਤਕੜਾ ਹੁੰਦਾ, ਆਤਮਾ ਕਮਜ਼ੋਰ ਹੁੰਦੀ, ਤਾਂ ਉਹਨਾਂ ਨੇ ਬਹੁਤ ਦੇਰ ਪਹਿਲੋਂ ਹੀ ਉਦਾਸੀ ਵਿੱਚ ਚਲੇ ਜਾਣਾ ਸੀ। ਹਾਲੇਲੂਇਆ। ਪਰ ਸਰੀਰ ਕਮਜ਼ੋਰ ਸੀ, ਕੋਈ ਫਰਕ ਨਹੀਂ, ਆਤਮਾ ਤਕੜੀ ਸੀ, ਤਾਂ ਉਹਨਾਂ ਨੇ ਸਲੀਬੀ ਮੌਤ ਦੇ ਉੱਤੇ ਵੀ ਜਿੱਤ ਪਾਈ। ਹਾਲੇਲੂਇਆ। ਸੋ ਜ਼ਰੂਰੀ ਹੈ ਕਿ ਅਸੀਂ ਆਪਣੇ ਆਤਮਾ ਨੂੰ ਤਿਆਰ ਕਰੀਏ, ਉਹਨੂੰ ਤਕੜਾ ਕਰੀਏ। ਹਾਲੇਲੂਇਆ। ਸੋ ਸ਼ੈਤਾਨ ਦੂਸਰੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਹਮਲਾ ਕਰਦਾ ਹੈ, ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ ਹੈ ਕਿ ਜਿਹਦੇ ਨਾਲ ਅਸੀਂ ਡਿੱਗ ਪਈਏ। ਹਾਲੇਲੂਇਆ। ਤੀਸਰਾ ਉਹ ਕੀ ਕਰਦਾ ਹੈ, ਜੋ ਪ੍ਰਾਰਥਨਾਵਾਂ ਅਸੀਂ ਕਰਦੇ ਹਾਂ, ਕਿਉਂਕਿ ਸ਼ੈਤਾਨ ਨੂੰ ਪਤਾ ਹੈ ਕਿ ਜਦ ਇਹਨਾਂ ਦੀ ਪ੍ਰਾਰਥਨਾ ਦਾ ਉੱਤਰ ਨਹੀਂ ਆਵੇਗਾ ਨਾ, ਹਾਲੇਲੂਇਆ, ਤਾਂ ਆ ਲੋਕ ਪ੍ਰਾਰਥਨਾ ਕਰਨੀ ਛੱਡ ਦੇਣਗੇ। ਆ ਇੱਕ ਇਨਸਾਨ ਦੀ ਫਿਤਰਤ ਹੈ, ਜਦ ਕਿਸੇ ਵੀ ਪ੍ਰਾਰਥਨਾ ਦਾ ਉੱਤਰ ਨਾ ਆਵੇ ਤਾਂ ਇਨਸਾਨ ਉਸ ਚੀਜ਼ ਨੂੰ ਛੱਡ ਦਿੰਦਾ ਹੈ। ਹਾਲੇਲੂਇਆ। ਉਹ ਪ੍ਰਾਰਥਨਾ ਕਰਨੀ ਛੱਡ ਦਿੰਦਾ ਹੈ, ਉਹ ਹੋਰ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣਾ ਸ਼ੁਰੂ ਕਰ ਦਿੰਦਾ ਹੈ। ਹਾਲੇਲੂਇਆ। ਤੁਹਾਨੂੰ ਪਤਾ ਇੱਕ ਜਗ੍ਹਾ ਤੇ ਲਿਖਿਆ ਹੈ ਕਿ ਦਾਨੀਏਲ ਜੋ ਸੀ ਉਹ 21 ਦਿਨ ਦੇ ਰੋਜ਼ਾ ਪ੍ਰਾਰਥਨਾ ਦੇ ਵਿੱਚ ਰੁਕਿਆ। ਔਰ ਕਹਿੰਦੇ 21ਵੇਂ ਦਿਨ ਕੀ ਹੋਇਆ, ਜਿਬਰਾਇਲ ਫਰਿਸ਼ਤਾ ਆਇਆ, ਔਰ ਫਰਿਸ਼ਤਾ ਆਇਆ ਔਰ ਆ ਕੇ ਉਹਨੇ ਗੱਲ ਬੜੀ ਤਕੜੀ ਕੀ, ਕਹਿੰਦਾ ਜਿਸ ਦਿਨ ਪਹਿਲੇ ਦਿਨ ਕਹਿੰਦੇ ਤੂੰ ਪ੍ਰਾਰਥਨਾ ਕੀਤੀ, ਉਸੇ ਦਿਨ ਤੇਰੀ ਪ੍ਰਾਰਥਨਾ ਸੁਣ ਲਿੱਤੀ ਗਈ ਔਰ ਸਵਰਗ ਤੋਂ ਤੇਰੇ ਲਈ ਉੱਤਰ ਭੇਜਿਆ ਗਿਆ। ਕਹਿੰਦਾ ਪਰ ਜਦ ਮੈਂ ਉੱਤਰ ਲੈ ਕੇ ਆ ਰਿਹਾ ਸੀ ਤਾਂ ਫਾਰਸ ਦੇਸ਼ ਦਾ ਰਾਜਾ ਜੋ ਸੀ, ਅਰਥਾਤ ਉਸ ਰਾਜੇ ਦੇ ਪਿੱਛੇ ਸ਼ੈਤਾਨ ਨੂੰ ਦਰਸਾਇਆ ਗਿਆ ਹੈ, ਕਹਿੰਦਾ ਉਹਨੇ ਮੇਰਾ ਸਾਹਮਣਾ ਕੀਤਾ ਔਰ ਮੈਨੂੰ 20 ਦਿਨ ਰੋਕੇ ਰੱਖਿਆ। ਹਾਲੇਲੂਇਆ। ਔਰ ਕਹਿੰਦਾ ਮੇਰੇ ਨਾਲ ਯੁੱਧ ਹੁੰਦਾ ਰਿਹਾ, ਕਹਿੰਦਾ ਉਹਦੀ ਸੈਨਾਵਾਂ ਨੇ ਮੈਨੂੰ ਰੋਕੇ ਰੱਖਿਆ। ਹਾਲੇਲੂਇਆ। ਹੁਣ ਕਿਉਂ ਰੋਕੇ ਰੱਖਿਆ? ਜਦ ਉਹਨੇ ਪਹਿਲੇ ਦਿਨ ਪ੍ਰਾਰਥਨਾ ਕੀਤੀ, ਦੂਜੇ ਦਿਨ ਪ੍ਰਾਰਥਨਾ ਕਰ ਰਿਹਾ, ਤੀਜੇ ਦਿਨ ਕਰ ਰਿਹਾ, ਵਰਤ ਦੇ ਵਿੱਚ ਬੈਠਾ ਹੋਇਆ ਪ੍ਰਾਰਥਨਾ ਕਰ ਰਿਹਾ, ਉੱਤਰ ਨਹੀਂ ਆ ਰਿਹਾ। ਸ਼ੈਤਾਨ ਨੇ ਪ੍ਰਾਰਥਨਾ ਦਾ ਉੱਤਰ ਰੋਕਿਆ ਹੋਇਆ, ਪਰ ਆਹ ਬੰਦਾ ਹਟਦਾ ਨਹੀਂ ਪਿਆ।
ਹਾਲੇਲੂਇਆ। ਹਾਲੇਲੂਇਆ। ਸੋਚੀਏ ਜੇ ਆ 5ਵੇਂ ਦਿਨ ਪ੍ਰਾਰਥਨਾ ਕਰਨ ਨੂੰ ਹਟ ਜਾਂਦਾ ਤਾਂ ਉੱਤਰ ਆਉਂਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਜਦ ਪ੍ਰਾਰਥਨਾ ਕਰਦਾ ਰਿਹਾ ਪਰਮੇਸ਼ਰ ਨੇ ਵੀ ਦੇਖਿਆ ਕਿ ਮੇਰਾ ਬੱਚਾ ਜੋ ਹੈ ਉਹ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰ ਰਿਹਾ ਹੈ। ਉਹ ਪ੍ਰਾਰਥਨਾ ਕਰਦਾ ਰਿਹਾ। ਫਿਰ ਕਹਿੰਦੇ ਕਿ ਥੋੜੇ ਦੇਰ ਬਾਅਦ ਕੀ ਜਿਬਰਾਇਲ ਕਹਿੰਦਾ ਫਿਰ ਪਰਮੇਸ਼ਰ ਨੇ ਮਿਕਾਇਲ ਨੂੰ ਭੇਜਿਆ ਜੋ ਪਰਮੇਸ਼ਰ ਦੀ ਸੈਨਾ ਦਾ ਕੌਣ ਹੈ? ਸੈਨਾਪਤੀ ਹੈ। ਕਹਿੰਦਾ ਮਿਕਾਇਲ ਆਪਣੀ ਸੈਨਾ ਦੇ ਨਾਲ ਆਇਆ, ਉਹਨੇ ਮੇਰੇ ਵੱਲੋਂ ਯੁੱਧ ਕੀਤਾ ਜਿਬਰਾਇਲ ਵੱਲੋਂ, ਕਹਿੰਦਾ ਔਰ ਉਹਨੇ ਸ਼ੈਤਾਨ ਨੂੰ ਹਰਾਇਆ ਔਰ ਫਿਰ ਕਹਿੰਦਾ ਮੈਂ ਉੱਤਰ ਲੈ ਕੇ ਪਹੁੰਚਿਆ। ਹਾਲੇਲੂਇਆ। ਇਹ ਕਦੋਂ ਹੁੰਦਾ ਹੈ? ਜਦ ਤੁਸੀਂ ਪ੍ਰਾਰਥਨਾ ਦੇ ਵਿੱਚ ਹਾਰ ਨਹੀਂ ਮੰਨਦੇ। ਹਾਲੇਲੂਇਆ। ਸ਼ੈਤਾਨ ਹਰਾਉਣ ਦੇ ਲਈ ਪ੍ਰਾਰਥਨਾ ਨੂੰ ਥੋੜੀ ਦੇਰ ਲਈ ਰੋਕਦਾ ਹੈ। ਹਾਲੇਲੂਇਆ। ਪਰ ਮੇਰਾ ਪਰਮੇਸ਼ਰ ਦੇਖਦਾ ਹੈ ਤੁਹਾਡੇ ਜਿਗਰੇ ਨੂੰ, ਤੁਹਾਡੀ ਜ਼ਿੱਦ ਨੂੰ ਦੇਖਦਾ ਹੈ। ਜਦ ਤੁਸੀਂ ਪ੍ਰਾਰਥਨਾ 'ਚ ਲੱਗੇ ਰਹਿੰਦੇ ਹੋ ਤਾਂ ਬਾਈਬਲ ਕਹਿੰਦਾ ਫਿਰ ਉਹ ਮਿਕਾਇਲ ਨੂੰ ਭੇਜਦਾ ਹੈ। ਹਾਲੇਲੂਇਆ। ਹੋ ਸਕਦਾ ਹੈ ਬੜੀ ਦੇਰ ਤੋਂ ਅਸੀਂ ਪ੍ਰਾਰਥਨਾ ਕਿਸੇ ਇੱਕ ਖਾਸ ਵਿਸ਼ੇ ਲਈ ਕਰਦੇ ਹੋਈਏ, ਉਹ ਪੂਰਾ ਨਹੀਂ ਹੋ ਰਿਹਾ, ਮਤਲਬ ਸਾਡੀ ਪ੍ਰਾਰਥਨਾ ਦਾ ਉੱਤਰ ਹਜੇ ਰੁਕਿਆ ਹੋਇਆ ਹੈ। ਹਾਲੇਲੂਇਆ। ਹੁਣ ਲੋੜ ਹੈ ਕਿ ਅਸੀਂ ਦਾਨੀਏਲ ਦੇ ਤਰ੍ਹਾਂ ਲੱਗੇ ਰਹੀਏ, ਰੋਜ਼ਾ ਪ੍ਰਾਰਥਨਾ ਦੇ ਵਿੱਚ ਉਤਰ ਜਲਦੀ ਨਹੀਂ ਹੈ। ਹਾਲੇਲੂਇਆ। ਫਿਰ ਪਰਮੇਸ਼ਰ ਮਿਕਾਇਲ ਨੂੰ ਭੇਜੇਗਾ ਔਰ ਉਹ ਉੱਤਰ ਆਵੇਗਾ। ਹਾਲੇਲੂਇਆ। ਔਰ ਫਿਰ ਉਹ ਕਹਿੰਦਾ ਹੁਣ ਜਦ ਮੈਂ ਵਾਪਸ ਜਾਣਾ ਹੈ ਨਾ, ਸਵਰਗਦੂਤ ਕਹਿੰਦਾ ਫਿਰ ਉਹਨਾਂ ਦੇ ਨਾਲ ਮੇਰਾ ਲੜਾਈ ਹੋਣੀ। ਹਾਲੇਲੂਇਆ। ਸੋ ਸ਼ੈਤਾਨ ਇਸ ਤਰੀਕੇ ਦੇ ਨਾਲ ਇਹਨਾਂ ਸਾਡੀ ਪ੍ਰਾਰਥਨਾਵਾਂ ਨੂੰ ਰੋਕਦਾ ਹੈ। ਹਾਲੇਲੂਇਆ। ਸ਼ੈਤਾਨ ਦੇ ਨਾਲ ਲੜਨ ਦੇ ਲਈ ਸਾਨੂੰ ਮਜ਼ਬੂਤ ਹੋਣਾ ਪਵੇਗਾ, ਸਾਡੀ ਪ੍ਰੇਅਰ ਨੂੰ ਮਜ਼ਬੂਤ ਹੋਣਾ ਪਵੇਗਾ। ਇਸੇ ਕਰਕੇ ਪ੍ਰਭੂ ਯਿਸੂ ਕਹਿੰਦੇ ਜਦ ਤੂੰ ਪ੍ਰਾਰਥਨਾ ਕਰਦਾ ਹੈ ਤਾਂ ਕਹਿੰਦੇ ਕਿਸ ਤਰ੍ਹਾਂ ਕਰਦਾ ਹੈ? ਤਾਂ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਜਦ ਪ੍ਰਾਰਥਨਾ ਕਰੇ ਤਾਂ ਕਹਿੰਦੇ ਇਸ ਤਰ੍ਹਾਂ ਕਰੀ। ਕਹਿੰਦੇ ਇੱਕ ਰਾਜਾ ਸੀ, ਕਹਿੰਦੇ ਉਹ ਕਿਸੇ ਦਾ ਡਰ ਨਹੀਂ ਮੰਨਦਾ ਸੀ, ਕਿਸੇ ਇਨਸਾਨ ਦਾ ਨਹੀਂ, ਨਾ ਕਿਸੇ ਪਰਮੇਸ਼ਰ। ਕਹਿੰਦੇ ਹੋਇਆ ਕਿ ਇੱਕ ਵਿਧਵਾ ਕਹਿੰਦੇ ਰੋਜ਼ ਜਾਂਦੀ ਸੀ ਔਰ ਰਾਜੇ ਨੂੰ ਕਹਿੰਦੀ ਸੀ ਮੇਰਾ ਨਿਆਂ ਚੁਕਾ, ਮੇਰਾ ਨਿਆਂ ਚੁਕਾ। ਕਹਿੰਦੇ ਉਹਨੇ ਰਾਜੇ ਦੇ ਨੱਕ ਦੇ ਵਿੱਚ ਇੰਨਾ ਦਮ ਕਰ ਦਿੱਤਾ ਕਿ ਉਹ ਰਾਜਾ ਜੋ ਕਿਸੇ ਦਾ ਡਰ ਨਹੀਂ ਮੰਨਦਾ ਸੀ, ਹਾਲੇਲੂਇਆ, ਉਹ ਕਹਿੰਦਾ ਪਹਿਲਾਂ ਇਹਦਾ ਨਿਆਂ ਚੁਕਾ। ਹਾਲੇਲੂਇਆ। ਫਿਰ ਪ੍ਰਭੂ ਯਿਸੂ ਮਸੀਹ ਆਏ ਤੇ ਕਹਿੰਦੇ ਜ਼ਿੱਦੀ ਵਿਧਵਾ ਦੀ ਤਰ੍ਹਾਂ ਪ੍ਰਾਰਥਨਾ 'ਚ ਲੱਗੇ ਰਹੋ ਜਦ ਤੱਕ ਤੁਹਾਡਾ ਨਿਆਂ ਨਹੀਂ ਚੁਕਾ ਹੋ ਜਾਂਦਾ। ਫਿਰ ਪ੍ਰਭੂ ਯਿਸੂ ਕਹਿੰਦੇ ਮੰਨ ਲੀਜੀਏ ਤੁਹਾਡੇ ਘਰ ਕੋਈ ਪ੍ਰਾਹੁਣਾ ਆ ਜਾਵੇ, ਕਹਿੰਦੇ ਤੁਹਾਡੇ ਘਰੇ ਕੋਈ ਰੋਟੀ ਨੂੰ ਚੀਜ਼ ਨੇ, ਉਹ ਅੱਧੀ ਰਾਤੀ ਆ ਗਿਆ। ਕਹਿੰਦੇ ਤੁਸੀਂ ਅੱਧੀ ਰਾਤੀ ਜਾ ਕੇ ਆਪਣੇ ਗੁਆਂਢੀ ਦਾ ਬੂਹਾ ਖੜਕਾਇਆ ਔਰ ਖੜਕਾ ਕੇ ਕਿਹਾ ਕਿ ਮੇਰੇ ਘਰ ਮੇਰਾ ਦੋਸਤ ਆਇਆ ਹੈ, ਮੈਨੂੰ ਕੁਝ ਖਾਣ ਨੂੰ ਦੇ। ਕਹਿੰਦੇ ਉਹ ਕਹਿੰਦਾ ਮੇਰੇ ਸਭ ਘਰ ਵਿੱਚ ਸੋ ਗਏ ਹਨ, ਮੈਨੂੰ ਤੰਗ ਨਾ ਕਰ। ਕਹਿੰਦੇ ਪਰ ਤੂੰ ਖੜਕਾਉਣੋਂ ਨਾ ਹਟ। ਕਹਿੰਦੇ ਉਹ ਵਿਅਕਤੀ ਖੜਕਾਉਣੋਂ ਨਹੀਂ ਹਟਦਾ ਤਾਂ ਉਸ ਵਿਅਕਤੀ ਦੀ ਜ਼ਿੱਦ ਦੇ ਕਾਰਨ ਉਹਦਾ ਦੋਸਤ ਉੱਠੇਗਾ ਔਰ ਉੱਠ ਕੇ ਉਹਨੂੰ ਖਾਣਾ ਦੇਵੇਗਾ। ਕਹਿੰਦੇ ਇਸ ਤਰ੍ਹਾਂ ਪ੍ਰਾਰਥਨਾ ਕਰ। ਹਾਲੇਲੂਇਆ। ਲੱਗੇ ਰਹੀਏ ਪ੍ਰਾਰਥਨਾ ਦੇ ਵਿੱਚ, ਹਾਰ ਨਾ ਮੰਨੀਏ। ਜਦ ਤੁਸੀਂ ਲੱਗੇ ਰਹੋਗੇ ਤਾਂ ਮੇਰਾ ਪਰਮੇਸ਼ਰ ਉੱਤਰ ਜ਼ਰੂਰ ਦੇਵੇਗਾ। ਹਾਲੇਲੂਇਆ। ਕਿਉਂ? ਕਿਉਂਕਿ ਇੱਕ ਬੜੀ ਪੁਰਾਣੀ ਕਹਾਵਤ ਕਹਿੰਦੇ ਉਹਦੇ ਘਰ ਦੇ ਵਿੱਚ ਦੇਰ ਤਾਂ ਹੁੰਦੀ ਹੈ ਪਰ ਹਨੇਰ ਨਹੀਂ ਹੁੰਦਾ। ਹਾਲੇਲੂਇਆ। ਔਰ ਦੇਰ ਕਿਉਂ ਹੁੰਦੀ ਹੈ? ਨਹੀਂ ਕਿ ਪਰਮੇਸ਼ਰ ਨੂੰ ਉੱਤਰ ਘੱਲਣ ਨੂੰ ਦੇਰ ਲੱਗਦੀ ਹੈ, ਨਹੀਂ, ਸ਼ੈਤਾਨੀ ਤਾਕਤਾਂ ਜੋ ਹਨ ਉਹ ਰਸਤਾ ਰੋਕਦੀਆਂ ਹਨ। ਹਾਲੇਲੂਇਆ। ਫਿਰ ਸਾਡੀ ਪ੍ਰਾਰਥਨਾ ਜੋ ਹੈ ਉਹ ਮਜ਼ਬੂਤੀ ਬਖਸ਼ਦੀ ਹੈ, ਉਹ ਪਰਮੇਸ਼ਰ ਤੱਕ ਸਾਡੀ ਦੁਹਾਈ ਨੂੰ ਪਹੁੰਚਾਉਂਦੀ ਹੈ। ਫਿਰ ਪਰਮੇਸ਼ਰ ਸੈਨਾ ਭੇਜਦਾ ਹੈ, ਫਿਰ ਸਾਡਾ ਉੱਤਰ ਆਉਂਦਾ ਹੈ। ਹਾਲੇਲੂਇਆ। ਤੁਹਾਨੂੰ ਦੱਸਦਾ ਇੱਕ ਕਹਾਣੀ ਮੈਂ ਸੁਣੀ ਸੀ ਬੜੀ ਪਿਆਰੀ। ਕਹਿੰਦੇ ਕਿ ਇੱਕ ਵਾਰੀ ਕੀ ਹੋਇਆ, ਇੱਕ ਜਹਾਜ਼ ਉੜਿਆ ਜਾਂਦਾ ਸੀ ਔਰ ਜਦ ਜਹਾਜ਼ ਉੜਿਆ ਜਾ ਰਿਹਾ ਸੀਗਾ, ਕਹਿੰਦੇ ਕਿ ਉੜਦੇ ਉੜਦੇ ਹਵਾ ਦੇ ਵਿੱਚ ਟਰਬੂਲੈਂਸ ਆ ਗਿਆ, ਤੂਫਾਨ ਆ ਗਿਆ ਹਵਾ ਦੇ ਵਿੱਚ। ਜਦ ਇੰਨਾ ਤੇਜ਼ ਤੂਫਾਨ ਆ ਗਿਆ ਤਾਂ ਜਹਾਜ਼ ਵਾਲਾ ਜਿਹੜਾ ਪਾਇਲਟ ਸੀ ਉਹਨੇ ਬੜੀ ਕੋਸ਼ਿਸ਼ ਕੀਤੀ ਜਹਾਜ਼ ਨੂੰ ਕੱਢਣ ਦੀ, ਪਰ ਉਹ ਕੱਢ ਨਹੀਂ ਸਕਿਆ। ਤਾਂ ਉਹਨੂੰ ਐਮਰਜੈਂਸੀ ਲੈਂਡਿੰਗ ਅਫਰੀਕਾ ਦੇ ਵਿੱਚ ਕਰਨੀ ਪਈ। ਹਾਲੇਲੂਇਆ। ਜਦ ਅਫਰੀਕਾ ਦੇ ਵਿੱਚ ਲੈਂਡਿੰਗ ਕਰਨੀ ਪਈ ਤਾਂ ਜਦ ਉੱਥੇ ਲੈਂਡ ਕੀਤਾ ਤਾਂ ਕਹਿੰਦੇ ਕਿ ਇਦਾਂ ਹੈਗਾ ਕਿ ਮੌਸਮ 2 ਦਿਨ ਦੇ ਲਈ ਹੋਰ ਖਰਾਬ ਰਹੇਗਾ। ਵੈਦਰ ਫੋਰਕਾਸਟ ਹੋ ਗਿਆ, ਮੌਸਮ ਹੋਰ ਖਰਾਬ ਰਹੇਗਾ, ਇਸ ਕਰਕੇ 2 ਦਿਨ ਦੇ ਲਈ ਸਾਨੂੰ ਫਲਾਈਟ ਜੋ ਹੈ ਉਹ ਅਫਰੀਕਾ ਦੇ ਵਿੱਚ ਰੋਕਣੀ ਪਵੇਗੀ। ਅਫਰੀਕਾ ਦੇ ਵਿੱਚ ਫਲਾਈਟ ਰੋਕ ਦਿੱਤੀ ਗਈ। ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਨੂੰ ਟ੍ਰਾਂਜ਼ਿਟ ਵੀਜ਼ਾ ਦੇ ਦਿੱਤਾ ਗਿਆ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਟਲ ਵਿੱਚ ਰੁਕ ਸਕਦੇ ਹੋ ਜਾਂ ਘੁੰਮ ਫਿਰ ਆ ਸਕਦੇ ਹੋ। ਕਹਿੰਦੇ ਹੋਇਆ ਕਿ ਉਹਦੇ ਵਿੱਚ ਇੱਕ ਵਿਅਕਤੀ ਸੀਗਾ, ਉਹ ਵਿਅਕਤੀ ਜੋ ਸੀਗਾ ਉਹਨੇ ਅਮਰੀਕਾ ਜਾਣਾ ਸੀਗਾ, ਉਹ ਫਲਾਈਟ ਅਮਰੀਕਾ ਜਾ ਰਹੀ ਸੀ। ਤਾਂ ਉਹ ਵਿਅਕਤੀ ਜੋ ਸੀਗਾ ਉਹ ਇਸੇ ਤਰ੍ਹਾਂ ਉਤਰਿਆ ਔਰ ਇੱਧਰ ਘੁੰਮਣ ਚਲਾ ਗਿਆ।
ਘੁੰਮਦੇ ਘੁੰਮਦੇ ਉਹ ਅੱਗੇ ਲੰਘਦਾ ਗਿਆ ਤਾਂ ਜਿੱਥੇ ਬਹੁਤ ਗਰੀਬ ਝੁੱਗੀ ਝੌਂਪੜੀਆਂ ਵਾਲੇ ਲੋਕ ਹੁੰਦੇ ਨਾ ਉੱਥੇ ਪਹੁੰਚ ਗਿਆ। ਇੱਦਾਂ ਤੁਰਿਆ ਜਾਂਦਾ ਉੱਥੇ ਪਹੁੰਚਿਆ ਤਾਂ ਉੱਥੇ ਜਾ ਕੇ ਇੱਕ ਘਰ ਦੇ ਵਿੱਚ ਗਿਆ, ਉਹਨੂੰ ਪਿਆਸ ਲੱਗੀ, ਕਹਿੰਦਾ ਕਿ ਮੈਨੂੰ ਪਾਣੀ ਦਿਓਗੇ। ਉਸ ਔਰਤ ਨੇ ਆ ਕੇ ਪਾਣੀ ਦਿੱਤਾ ਤੇ ਜਦ ਪਾਣੀ ਦਿੱਤਾ ਤਾਂ ਉਹ ਵਿਅਕਤੀ ਉਹਦੇ ਨਾਲ ਗੱਲ ਕਰਨ ਲੱਗ ਪਿਆ। ਕਹਿੰਦਾ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ? ਕਹਿੰਦੀ ਬਸ ਮੈਂ ਹਾਂ ਔਰ ਮੇਰਾ ਇੱਕ ਬੱਚਾ ਹੈ। ਔਰ ਆਹ ਗੱਲ ਕਹਿ ਕੇ ਨਾ ਉਹ ਔਰਤ ਬੜਾ ਰੋਣ ਲੱਗ ਪਈ, ਫੁੱਟ ਫੁੱਟ ਕੇ ਰੋਣ ਲੱਗ ਪਈ। ਤਾਂ ਕਹਿੰਦਾ ਕੀ ਹੋਇਆ? ਕਹਿੰਦੀ ਮੇਰੇ ਬੱਚੇ ਨੂੰ ਬ੍ਰੇਨ ਟਿਊਮਰ ਹੈ। ਕਹਿੰਦੇ ਉਹ ਟਿਊਮਰ ਕਹਿੰਦੀ ਏਦਾਂ ਦੀ ਜਗ੍ਹਾ ਤੇ ਹੈ ਇੱਥੇ, ਕਹਿੰਦੀ ਕਿ ਜਿੰਨੇ ਵੀ ਸਰਕਾਰੀ ਹਸਪੀਟਲ ਹਨ ਨਾ ਉਹਨਾਂ ਨੂੰ ਦਿਖਾਇਆ, ਕਹਿੰਦੇ ਉਹਨਾਂ ਨੂੰ ਦਿਖਾਇਆ, ਉਹ ਕਹਿੰਦੇ ਕਿ ਇਹਦਾ ਇਲਾਜ ਅਸੀਂ ਨਹੀਂ ਕਰ ਸਕਦੇ, ਇਹਦੇ ਲਈ ਸਪੈਸ਼ਲ ਸਰਜਨ ਚਾਹੀਦਾ ਹੈ, ਉਹੀ ਇਹਦਾ ਇਲਾਜ ਕਰ ਸਕਦਾ ਹੈ। ਔਰ ਕਹਿੰਦੇ ਉਹ ਸਰਜਨ ਤੈਨੂੰ ਪੂਰੇ ਅਫਰੀਕਾ ਕੀ ਕਿਤੇ ਹੋਰ ਨਹੀਂ ਮਿਲੇਗਾ, ਸਿਰਫ ਉਹਦਾ ਇੱਕ ਸਰਜਨ ਹੈ ਜੋ ਇੰਡੀਆ ਦੇ ਵਿੱਚ ਹੈ ਪਰ ਉਹ ਅਮਰੀਕਾ ਦੇ ਵਿੱਚ ਜਾ ਰਿਹਾ ਹੈ। ਤਾਂ ਉਹ ਵਿਅਕਤੀ ਜਿਹੜਾ ਸੀ ਨਾ ਉਹ ਸੁਣ ਰਿਹਾ ਸੀ ਤਾਂ ਕਹਿੰਦੀ ਮੈਂ 20 ਦਿਨਾਂ ਤੋਂ ਕਹਿੰਦੀ ਵਰਤ ਰੱਖ ਕੇ ਪ੍ਰਾਰਥਨਾ ਕਰਦੀ ਹਾਂ ਕਿ ਪਰਮੇਸ਼ਰ ਰਸਤਾ ਖੋਲ ਤੂੰ, ਮੇਰੇ ਕੋਲ ਤਾਂ ਪੈਸਾ ਨਹੀਂ ਹੈ, ਮੈਂ ਅਮਰੀਕਾ ਨਹੀਂ ਜਾ ਸਕਦੀ, ਕਿ ਤੂੰ ਹੀ ਕੁਝ ਕਰ ਸਕਦਾ ਹੈ। ਤਾਂ ਉਹ ਵਿਅਕਤੀ ਨਾ ਇੱਕਦਮ ਘਬਰਾ ਗਿਆ, ਰੋਣ ਲੱਗ ਪਿਆ। ਤਾਂ ਉਹ ਕਹਿੰਦੀ ਤੁਹਾਨੂੰ ਕੀ ਹੋਇਆ? ਕਹਿੰਦਾ ਮੈਂ ਉਹ ਸਰਜਨ। ਕਹਿੰਦਾ ਤੇਰੀ ਪ੍ਰਾਰਥਨਾ ਨੇ ਕਹਿੰਦਾ ਆਕਾਸ਼ ਹਿਲਾਤਾ, ਤੂਫਾਨ ਲਿਆ, ਸਾਡਾ ਜਹਾਜ਼ ਲਵਾਤਾ ਇੱਥੇ। ਕਹਿੰਦਾ ਨਹੀਂ ਤਾਂ ਮੈਂ ਅਮਰੀਕਾ ਜਾਣਾ ਸੀ। ਕਹਿੰਦਾ ਪਰ ਤੇਰੀ ਪ੍ਰਾਰਥਨਾ ਨੇ ਕਹਿੰਦਾ ਆਕਾਸ਼ ਦੀਆਂ ਸ਼ਕਤੀਆਂ ਹਿਲਾ ਕੇ ਰੱਖਤੀਆਂ ਨੇ ਔਰ ਮਜਬੂਰ ਕਰ ਦਿੱਤਾ ਕਿ ਮੈਂ ਇੱਥੇ ਉਤਰਾ। ਤਾਂ ਕਹਿੰਦੇ ਉਹਨੇ ਉਸੇ ਵੇਲੇ ਉਧਰ ਦੇ ਪ੍ਰਾਈਵੇਟ ਹਸਪੀਟਲ ਵਿੱਚ ਕਿਹਾ ਕਿ ਮੈਂ ਇੱਕ ਬੱਚੇ ਦਾ ਆਪਰੇਸ਼ਨ ਕਰਨਾ ਹੈ। 2 ਦਿਨ ਦੇ ਲਈ ਰੁਕਿਆ ਰਿਹਾ, ਉਹਨੇ ਆਪਰੇਸ਼ਨ ਕੀਤਾ। ਹਾਲੇਲੂਇਆ। ਸੋ ਸਾਡੀ ਪ੍ਰਾਰਥਨਾ ਆਕਾਸ਼ ਦੀ ਸ਼ਕਤੀਆਂ ਨੂੰ ਹਿਲਾ ਸਕਦੀ ਹੈ। ਸਾਡੀ ਪ੍ਰਾਰਥਨਾ ਰਸਤੇ ਬਣਾ ਸਕਦੀ ਹੈ। ਸਿਰਫ ਆਪਣੀ ਪ੍ਰਾਰਥਨਾ ਨੂੰ ਮਜ਼ਬੂਤ ਕਰਨਾ ਹੈ, ਆਪਣੀ ਪ੍ਰਾਰਥਨਾ ਦੀ ਤਾਕਤ ਨੂੰ ਸਮਝਣਾ ਹੈ। ਸ਼ੈਤਾਨ ਤੋਂ ਹਾਰਨ ਵਾਲੇ ਅਸੀਂ ਨਹੀਂ ਹਾਂ। ਹਾਲੇਲੂਇਆ। ਕਿਉਂਕਿ ਸਾਡੇ ਵੱਲ ਉਹ ਹੈ ਜੋ ਸ਼ੈਤਾਨ ਤੋਂ ਬਹੁਤ ਵੱਡਾ ਹੈ। ਬਾਈਬਲ ਕਹਿੰਦਾ ਹੈ ਲੂਸੀਫਰ ਜਿਹੜਾ ਰਾਜਕੁਮਾਰ ਹੈ ਸ਼ੈਤਾਨ ਦਾ, ਉਹਨੂੰ ਸੱਟਿਆ ਸਵਰਗ ਤੋਂ ਪਰਮੇਸ਼ਰ ਨੇ। ਹਾਲੇਲੂਇਆ ਹਾਲੇਲੂਇਆ। ਦਾਊਦ ਰਾਜਾ ਕਹਿੰਦੇ ਉੱਥੇ ਇੱਕ ਗੋਲੀਅਤ ਆਇਆ 7 ਫੁੱਟ। ਤੁਹਾਨੂੰ ਪਤਾ ਜਿਹੜਾ ਸ਼ਾਉਲ ਰਾਜਾ ਸੀ ਉਹ ਸਭ ਤੋਂ ਲੰਬਾ ਸੀ, ਬੜਾ ਲੰਬਾ ਸੀ ਉਹ, ਔਰ ਕਹਿੰਦੇ ਔਰ ਬੜਾ ਜਵਾਨ ਸੀ, ਤਕੜਾ ਸੀਗਾ। ਉੱਥੇ ਕੀ ਹੋਇਆ? ਕਹਿੰਦੇ ਕਿ ਫਿਲਿਸਤੀਨੀਆਂ ਦੇ ਨਾਲ ਲੜਾਈ ਹੋਈ ਤਾਂ ਗੋਲੀਅਤ ਨਾਮ ਦਾ ਇੱਕ ਉਹਨਾਂ ਕੋ ਵੱਡਾ ਯੋਧਾ, ਔਰ ਉਹਦੀ ਬਰਾਬਰੀ ਦਾ ਕੋਈ ਵੀ ਨਹੀਂ। ਤਾਂ ਕਹਿੰਦੇ ਸ਼ਾਉਲ ਵੀ ਡਰ ਕੇ ਅੰਦਰ ਬੈਠਾ ਹੈ। ਉਹ ਆਉਂਦਾ ਔਰ ਗਾਲਾਂ ਕੱਢਦਾ, ਕਹਿੰਦਾ ਕਿਹੜਾ ਹੈ ਜਿਹੜਾ ਲੜ ਸਕਦਾ ਹੈ? ਤਾਂ ਕਹਿੰਦੇ ਦਾਊਦ ਉੱਥੇ ਗਿਆ। ਦਾਊਦ ਕਹਿੰਦਾ ਆ ਕੌਣ ਹੈ ਜੋ ਜ਼ਿੰਦਾ ਯਹੋਵਾ ਦੀ ਸੇਨਾ ਨੂੰ ਲਲਕਾਰਦਾ ਹੈ? ਇਹਨੂੰ ਹਜੇ ਤਾਕਤ ਦਾ ਨਹੀਂ ਪਤਾ। ਹਾਲੇਲੂਇਆ। ਇਹ ਕੌਣ ਹੈ ਜੋ ਲਲਕਾਰਦਾ ਹੈ? ਉਹ ਕਹਿੰਦੇ ਇਹਦਾ ਬੜਾ ਵੱਡਾ ਯੋਧਾ ਹੈ। ਔਰ ਕਹਿੰਦਾ ਇਹ ਕੌਣ ਲੜੇਗਾ? ਦਾਊਦ ਕਹਿੰਦਾ ਮੈਂ ਜਾਂਦਾ ਹਾਂ। ਹਾਲੇਲੂਇਆ। ਉਹ ਹੱਸਣਾ ਸ਼ੁਰੂ ਕਹਿੰਦੇ ਤੂੰ ਜਾਵੇਗਾ? ਉਹਦੇ ਭਰਾ ਕਹਿੰਦੇ ਤੂੰ ਜਾਵੇਗਾ। ਹਾਲੇਲੂਇਆ। ਉਹ ਕਹਿੰਦਾ ਤੁਹਾਨੂੰ ਨਹੀਂ ਪਤਾ, ਮੈਂ ਦਾਊਦ ਜਿਹੜਾ ਸੀਗਾ ਉਹ ਦਿਨ ਦੇ ਵਿੱਚ 7 ਵਾਰ ਪ੍ਰਾਰਥਨਾ ਕਰਦਾ ਸੀ। ਹਾਲੇਲੂਇਆ। ਕਹਿੰਦਾ ਤੁਹਾਨੂੰ ਨਹੀਂ ਪਤਾ ਜਦ ਮੇਰੀ ਭੇਡਾਂ ਨੂੰ ਚਾਰਦਾ ਹੁੰਦਾ ਸੀ ਨਾ, ਕਹਿੰਦਾ ਸ਼ੇਰ ਲੈ ਜਾਂਦਾ ਸੀ ਚੱਕ ਕੇ, ਕਹਿੰਦਾ ਮੈਂ ਦੌੜਦਾ ਸੀ ਪਿੱਛੇ, ਸ਼ੇਰ ਦਾ ਮੂੰਹ ਪਾੜਦਾ ਸੀ ਨੰਗੇ ਹੱਥਾਂ। ਕਹਿੰਦਾ ਫਿਲਿਸਤੀ ਕੀ ਚੀਜ਼ ਹੈ? ਕਹਿੰਦਾ ਭਾਲੂ ਆਂਦਾ ਸੀ, ਰਿੱਛ ਆਉਂਦਾ, ਕਹਿੰਦਾ ਰਿੱਛ ਨੂੰ ਪਾੜ ਕੇ ਰੱਖ ਦਿੰਦਾ ਸੀ ਮੈਂ। ਕਹਿੰਦਾ ਫਿਲਿਸਤੀ ਕੀ ਚੀਜ਼ ਹੈ? ਹਾਲੇਲੂਇਆ। ਕਹਿੰਦੇ ਉਹ ਗਿਆ। ਹਾਲੇਲੂਇਆ। ਹੋਇਆ ਕਿ ਫਿਲਿਸਤੀ ਸਾਹਮਣੇ ਖੜਾ ਔਰ ਇਥੋਂ ਦਾਊਦ ਇੱਕ ਛੋਟਾ ਜਿਹਾ ਬੱਚਾ। ਫਿਲਿਸਤੀ ਉਹ ਕੀ ਕਹਿੰਦਾ? ਗੋਲੀਅਤ ਕਹਿੰਦਾ ਮੈਂ ਕੋਈ ਕੁੱਤਾ ਹੈ ਜਿਹੜਾ ਤੂੰ ਡੰਡਾ ਲੈ ਕੇ ਮੈਨੂੰ ਮਾਰਨ ਆਉਂਦਾ ਪਿਆ? ਤਾਂ ਦਾਊਦ ਕਹਿ ਰਿਹਾ, ਕਹਿੰਦਾ ਅੱਜ ਤੇਰੀ ਤਲਵਾਰ ਦੇ ਨਾਲ, ਉਹ ਵਿਸ਼ਵਾਸ ਬੋਲ ਰਿਹਾ ਆਪਣਾ। ਹਾਲੇਲੂਇਆ। ਕਹਿੰਦਾ ਅੱਜ ਤੇਰੀ ਤਲਵਾਰ ਦੇ ਨਾਲ ਤੇਰੀ ਧੌਣ ਵੱਢੂਗਾ। ਹਾਲੇਲੂਇਆ। ਉਹਦਾ ਵਿਸ਼ਵਾਸ, ਉਹਦੀ ਪ੍ਰਾਰਥਨਾ। ਉਹ ਕਹਿੰਦਾ ਤੂੰ ਆਪਣੇ ਜ਼ੋਰ ਤੇ ਆਉਂਦਾ ਹੈ, ਮੈਂ ਯਹੋਵਾ ਦੇ ਨਾਮ ਚਾਹੁੰਦਾ। ਹਾਲੇਲੂਇਆ। ਜਦ ਉਹਨੇ ਆਹ ਗੱਲ ਕਹੀ ਨਾ, ਮੈਂ ਯਹੋਵਾ ਦੇ ਨਾਮ ਚਾਹੁੰਦਾ, ਸ਼ਕਤੀਆਂ ਹਿੱਲੀਆਂ। ਹਾਲੇਲੂਇਆ। ਔਰ ਬਾਈਬਲ ਕਹਿੰਦਾ ਹੈ ਉਹਨੇ ਗੋਫੀਆ ਲਿਆ, ਉਹਨੇ ਕਮਾਇਆ। ਹਾਲੇਲੂਇਆ। ਹੁਣ ਸੋਚਣ ਦੀ ਗੱਲ ਹੈ, ਇੱਕ ਛੋਟਾ ਬੱਚਾ ਜੇ ਇੱਕ ਪੱਥਰ ਮਾਰੇਗਾ ਕਿੰਨੀ ਕੁ ਜ਼ੋਰ ਦੀ ਮਾਰ ਲੇਗਾ। ਹਾਲੇਲੂਇਆ। ਮੈਂ ਮੰਨਦਾ ਹਾਂ ਜਦ ਉਹਨੇ ਉਹ ਪੱਥਰ ਮਾਰਿਆ, ਉਹਨੇ ਕਮਾਇਆ, ਤਾਂ ਉਹ ਪੱਥਰ ਨੂੰ ਤੇਜ਼ੀ ਜੋ ਸੀ ਉਹ ਮੇਰੇ ਪਰਮੇਸ਼ਰ ਨੇ। ਹਾਲੇਲੂਇਆ। ਕਹਿੰਦਾ ਪੱਥਰ ਜਾ ਕੇ ਗੋਲੀਅਤ ਦੇ ਇੱਥੇ ਵੱਜਾ ਮੱਥੇ ਤੇ, ਔਰ ਉੱਥੇ ਗੋਲੀਅਤ ਮਾਰ ਗਿਆ। ਹਾਲੇਲੂਇਆ। ਉਹਦਾ ਸਾਹ ਰੋਕ ਦਿੱਤਾ ਮੇਰੇ ਪਰਮੇਸ਼ਰ ਨੇ।
ਮੈਨੂੰ ਆ ਨਹੀਂ ਪਤਾ ਪੱਥਰ ਨਾਲ ਮਰਿਆ ਕਿ ਕਿੱਦਾਂ, ਪਰ ਇੰਨਾ ਪਤਾ ਹੈ ਕਿ ਜਦ ਉਹਨੇ ਕਿਹਾ ਮੈਂ ਯਹੋਵਾ ਦੇ ਨਾਮ ਚਾਹੁੰਦਾ ਹਾਂ, ਤਾਂ ਇੱਕ ਚਿਕਨੇ ਪੱਥਰ ਦੇ ਨਾਲ ਉਹਨੇ ਖਬੋ ਕੇ ਰੱਖ ਦਿੱਤਾ। ਹਾਲੇਲੂਇਆ। ਕਿੱਦਾਂ? ਕਿਉਂਕਿ ਉਹ ਯਹੋਵਾ ਦੇ ਨਾਮ 'ਚ। ਹਾਲੇਲੂਇਆ। ਅਸੀਂ ਯਹੋਵਾ ਦੇ ਨਾਮ 'ਚ, ਅਸੀਂ ਕਿਸੇ ਆਮ ਲੋਕ ਨਹੀਂ ਹਾਂ। ਅਸੀਂ ਹਾਲੇਲੂਇਆ ਆਪਣੀ ਤਾਕਤ ਨੂੰ ਸਮਝੀਏ, ਆਪਣੇ ਪਰਮੇਸ਼ਰ ਦੀ ਤਾਕਤ ਨੂੰ ਸਮਝੀਏ, ਜਾਣੀਏ ਆਪਣੇ ਯਹੋਵਾ ਨੂੰ ਉਹ ਕੀ ਕਰ ਸਕਦਾ ਹੈ। ਉਹ ਆਕਾਸ਼ ਦੀਆਂ ਸ਼ਕਤੀਆਂ ਨੂੰ ਹਿਲਾ ਸਕਦਾ। ਤੁਹਾਡੀ ਪ੍ਰਾਰਥਨਾ ਦੁਆਰਾ ਹੋਵੇਗਾ। ਹਾਲੇਲੂਇਆ। ਦੇਖੀਏ ਮਿਸਰੀਆਂ ਨੂੰ ਕਿੱਦਾਂ ਕੱਢ ਕੇ ਲੈ ਕੇ ਗਿਆ। ਕਹਿੰਦੇ ਲਾਲ ਸਮੁੰਦਰ, ਤੁਹਾਨੂੰ ਪਤਾ ਇੱਕ ਵਾਰੀ ਕਹਿੰਦੇ ਸੰਡੇ ਸਕੂਲ ਦੇ ਵਿੱਚ ਨਾ ਸਿਖਾਇਆ ਗਿਆ ਕਿ ਲਾਲ ਸਮੁੰਦਰ ਦੇ ਵਿੱਚੋਂ ਰਸਤਾ ਕੱਢਿਆ ਗਿਆ। ਹਾਲੇਲੂਇਆ। ਔਰ ਕਹਿੰਦੇ ਇੱਕ ਬੱਚੀ ਇੱਦਾਂ ਗਈ ਤਾਂ ਹੋਇਆ ਕਿ ਚਰਚ ਦੇ ਵਿੱਚ ਨਾ ਇੱਕ ਡਾਕਟਰ ਆਇਆ, PhD, ਬੜਾ ਪੜ੍ਹਿਆ ਲਿਖਿਆ ਆਇਆ ਹੋਇਆ, ਤਾਂ ਉਹਨੇ ਇਤਿਹਾਸ ਵੀ ਸਾਰਾ ਪੜ੍ਹਿਆ ਹੋਇਆ, ਔਰ ਆ ਕੇ ਇੱਦਾਂ ਗੱਲ ਕਰਦੇ ਪਏ, ਤਾਂ ਇਸੇ ਵਿਸ਼ੇ ਦੇ ਉੱਤੇ ਗੱਲ ਚੱਲਦੀ। ਤਾਂ ਉਹਨਾਂ ਲੜਕੀ ਕਹਿੰਦੀ ਉਹਨੇ ਪੁੱਛਿਆ ਪਾਸਟਰ ਨੇ, ਕਹਿੰਦਾ ਕੀ ਸਿੱਖਿਆ? ਕਹਿੰਦੀ ਅਸੀਂ ਸਿੱਖਿਆ ਕਿ ਜਦ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਚੋਂ ਕੱਢ ਕੇ ਲਿਆਏ ਨਾ, ਤਾਂ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ 2 ਫਾੜ ਕੀਤਾ ਔਰ ਸੁੱਕੀ ਜ਼ਮੀਨ ਦੇ ਉੱਤੋਂ ਕੱਢ ਦਿੱਤਾ। ਹਾਲੇਲੂਇਆ। ਤਾਂ ਜਿਹੜਾ ਉਹ ਵਿਅਕਤੀ ਸੀਗਾ PhD, ਕਹਿੰਦਾ ਬੇਟਾ ਤੈਨੂੰ ਇੱਕ ਗੱਲ ਦੱਸਾਂ? ਕਹਿੰਦੀ ਦੱਸੋ। ਕਹਿੰਦੇ ਜ਼ਮੀਨ ਸੁੱਕੀ ਨਹੀਂ ਸੀ। ਕਹਿੰਦੇ ਇਤਿਹਾਸ ਦੱਸਦੇ ਆ, ਸਕਾਲਰ ਦੱਸਦੇ ਆ ਕਿ ਗੋਡੇ ਗੋਡੇ ਪਾਣੀ ਸੀਗਾ ਉੱਥੇ, ਗੋਡੇ ਪਾਣੀ ਸੀਗਾ, ਇੰਨਾ ਬਿਲਕੁਲ ਸੁੱਕੀ ਨਹੀਂ ਸੀ। ਉਹ ਕਹਿੰਦੀ ਪਾਸਟਰ ਜੀ ਆ ਨਹੀਂ ਪਤਾ। ਹਾਲੇਲੂਇਆ। ਕਹਿੰਦੀ ਇੰਨਾ ਪਤਾ ਹੈ, ਕਹਿੰਦੀ ਜੇ ਗੋਡੇ ਵੀ ਪਾਣੀ ਸੀ, ਪਰਮੇਸ਼ਰ ਦੇ ਲੋਕ ਨਿਕਲ ਗਏ, ਤੇ ਜਿਹੜੇ ਦੂਜੇ ਸੀ ਗੋਡੇ ਪਾਣੀ 'ਚ ਵੀ ਡੁੱਬ ਗਏ। ਹਾਲੇਲੂਇਆ। ਹਾਲੇਲੂਇਆ। ਵਿਸ਼ਵਾਸ, ਤੁਹਾਡੀ ਪ੍ਰਾਰਥਨਾ, ਹਾਲੇਲੂਇਆ, ਪੂਰਾ ਨਿਰਭਰ ਹੋ ਜਾਓ ਉਹਦੇ ਤੇ। ਫਿਰ ਦੇਖੋ ਮੇਰਾ ਪਰਮੇਸ਼ਰ ਵੱਡੇ ਕੰਮ ਕਰਦਾ। ਸ਼ੈਤਾਨ ਸਾਡੇ ਤੋਂ ਤਕੜਾ ਨਹੀਂ ਹੈ। ਹਾਲੇਲੂਇਆ। ਉਹ ਬੁੱਕ ਦੇ ਸ਼ੀਂ ਵਾਂਗੂ ਹੈ, ਉਹ ਸ਼ੇਰ ਨਹੀਂ ਹੈ, ਪਰ ਬਾਈਬਲ ਕਹਿੰਦਾ ਹੈ ਮੇਰਾ ਪਰਮੇਸ਼ਰ ਯਹੂਦਾ ਦਾ ਬੱਬਰ ਸ਼ੇਰ ਹੈ। ਹਾਲੇਲੂਇਆ। ਉਹ ਹੈ, ਉਹ ਵਰਗਾ ਹੈ, ਉਹ ਹੈ। ਹਾਲੇਲੂਇਆ। ਇਸ ਕਰਕੇ ਆਪਣੀ ਪ੍ਰਾਰਥਨਾ ਨੂੰ ਹੋਰ ਮਜ਼ਬੂਤ ਕਰੋ। ਅਸੀਂ ਸ਼ੈਤਾਨ ਤੋਂ ਜਿੱਤਣਾ ਹੈ। ਹਾਲੇਲੂਇਆ। ਆਪਣੀ ਬਰਕਤ ਖੋਣੀ ਹੈ ਅਸੀਂ। ਹਾਲੇਲੂਇਆ। ਬਾਈਬਲ ਕਹਿੰਦਾ ਹੈ ਕਿ ਇੱਕ ਵਿਅਕਤੀ ਨੇ ਘਰ ਦੇ ਉੱਤੇ ਕਬਜ਼ਾ ਕਰ ਲਿਆ, ਮਾਲ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਕਹਿੰਦੇ ਛੁਡਾਇਆ ਕਿੱਦਾਂ ਜਾਵੇਗਾ? ਜਦ ਉਹਦੇ ਤੋਂ ਤਕੜਾ ਆਵੇਗਾ ਫਿਰ ਉਹਨੂੰ ਬੰਨੇਗਾ ਔਰ ਫਿਰ ਉਹਦਾ ਮਾਲ ਲੁੱਟੇਗਾ। ਸ਼ੈਤਾਨ ਨੇ ਸਾਡੀ ਬਰਕਤਾਂ ਨੂੰ ਜਿਹੜਾ ਬੰਨਿਆ ਹੈ ਨਾ, ਅਸੀਂ ਹੁਣ ਤਕੜੇ ਹੋ ਕੇ ਉਹਨੂੰ ਲੁੱਟਣਾ ਹੈ। ਹਾਲੇਲੂਇਆ। ਔਰ ਉਹਨੂੰ ਲੁੱਟਣ ਦਾ ਇੱਕੋ ਤਰੀਕਾ ਹੈ, ਪ੍ਰਾਰਥਨਾ ਚ ਲਾਇਆ। ਹਾਲੇਲੂਇਆ। ਜਿੰਨਾ ਸਮਾਂ ਅਸੀਂ ਇੱਥੇ ਉੱਥੇ ਲਾਉਂਦੇ ਆ ਨਾ, ਔਖੇ ਹੋ ਕੇ ਪ੍ਰਾਰਥਨਾ, ਔਖੇ ਹੋ ਕੇ ਦਿਹਾੜੀ ਕਰੀ ਦੀ ਨਾ, ਸ਼ਿਫਟਾਂ ਕਰੀ ਦੀਆਂ, ਔਖੇ ਹੋ ਕੇ ਪ੍ਰਾਰਥਨਾ ਸ਼ੁਰੂ ਕਰੋ। ਹਾਲੇਲੂਇਆ। ਔਰ ਦੇਖੋ ਫਿਰ ਪਰਮੇਸ਼ਰ ਆਕਾਸ਼ ਨੂੰ ਹਿਲਾਉਂਦਾ ਹੈ। ਉਸ ਔਰਤ ਵਾਂਗੂ ਸਾਡਾ ਇੰਤਜ਼ਾਮ ਹੋਵੇ। ਹਾਲੇਲੂਇਆ। ਸੋ ਪਰਮੇਸ਼ਰ ਇਹਨਾਂ ਵਚਨਾਂ ਤੇ